ਵਾਹਿਗੁਰੂ ਜੀ। ਚਕਰ ਚਹਨ ਅਰ ਵਰਨ ਜਾਤ ਅਰ ਪਾਤ ਨਹਨ ਜਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ। ਅਚਲ ਮੂਰਤ ਅਨਭਉ ਪ੍ਰਕਾਸ਼ ਮਤੋਜ ਕਹਿਜੈ, ਓਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤ੍ਰੈ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਣ ਕਹਿਤ। ਤਵੈ ਸਰਬ ਨਾਮ ਕਥਾ ਕਵਨ, ਕਰਮ ਨਾਮ ਵਰਣਤ ਸੁਮਤ। ਮੋਹ ਕੇ ਉਚਰੈ ਸਾਸੁਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਰਾਤੀ ਰੁੱਤੀ ਥਿਤੀ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਵੱਡੇ ਭਾਗਾਂ ਵਾਲੇ ਹੋ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਸਕੇ। ਸਤਿਗੁਰੂ ਮਹਾਰਾਜ ਜੀ ਤੋਂ ਅਮੋਲਕ ਜੀਵਨ ਦਾ ਉਪਦੇਸ਼ ਲੈ ਕਰਕੇ ਆਪਣੇ ਸਵਾਸਾਂ ਦੀਆਂ ਘੜੀਆਂ ਨੂੰ ਸਫਲਾ ਬਣਾ ਰਹੇ ਹੋ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਪਿਛਲੇ ਦੀਵਾਨਾਂ ਅੰਦਰ ਆਪ ਜੀ ਨੇ ਜਪਜੀ ਸਾਹਿਬ ਦੀ 33 ਪੌੜੀ ਤੱਕ ਦੀ ਕਥਾ ਵਿਚਾਰ ਸ਼੍ਰਵਣ ਕੀਤੀ ਸੀ, ਜੋ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਨੰਬਰ 7 ਦੇ ਉੱਪਰ ਵਿਚਾਰ ਚੱਲ ਰਹੀ ਸੀ। 34ਵੀਂ ਪੌੜੀ ਆਰੰਭ ਹੁੰਦੀ ਹੈ। ਸੋ ਸਤਿਗੁਰੂ ਮਹਾਰਾਜ ਜੀ ਨੂੰ ਸਿੱਧ ਸਵਾਲ ਕਰਦੇ ਨੇ ਕਿ ਮਹਾਰਾਜ ਜੀ, ਕਿ ਸਾਡੇ ਜਿਹੜੇ ਵੇਦ ਸ਼ਾਸਤਰ ਨੇ ਨਾ, ਉਹਨਾਂ ਦੇ ਵਿੱਚ ਕਰਮ ਕਾਂਡ, ਉਪਾਸ਼ਨਾ ਕਾਂਡ, ਗਿਆਨ ਕਾਂਡ, ਇਹ ਮਹਾਰਾਜ ਜੀ ਕਥਨ ਕੀਤੇ ਗਏ ਨੇ। ਆਪ ਜੀ ਦੱਸੋ ਕਿ ਕਰਮ ਕਰਨ ਦਾ ਜਿਹੜਾ ਸਹੀ ਸਮਾਂ ਕਿਹੜਾ ਹੈ, ਵੀ ਜਿਹਦੇ ਨਾਲ ਕਰਮਾਂ ਦਾ ਫਲ ਹੈ ਜਿਹੜਾ ਉਹ ਜਲਦੀ ਪ੍ਰਾਪਤ ਹੋ ਜਾਵੇ, ਤੇ ਕਿਹੋ ਜਿਹੇ ਕਰਮ ਕਰਨੇ ਚਾਹੀਦੇ ਨੇ ਜਿਨ੍ਹਾਂ ਕਰਮਾਂ ਦਾ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਲਾਭ ਹੁੰਦਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਧਾਂ ਦੇ ਭਰਮ ਦੀ ਨਿਵਰਤੀ ਕਰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਬਾਣੀ ਉਚਾਰਦੇ ਨੇ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਣੀ ਉਚਾਰਦੇ ਹੋਏ, ਸਮਝਾਉਂਦੇ ਹੋਏ ਗਰੀਬ ਨਵਾਜ ਮਹਾਰਾਜ ਜੀ ਕਹਿ ਰਹੇ ਨੇ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਰਥ ਕਰਨ ਦੇ ਲਈ ਕਿਤੇ ਨਾ ਕਿਤੇ ਕਈ ਵਾਰ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਅਰਥ ਕਰਨੇ ਹੁੰਦੇ ਨੇ ਨਾ, ਤਾਂ ਕਈ ਵਾਰ ਪੰਕਤੀਆਂ ਨੇ ਜਿਹੜੀਆਂ ਉੱਪਰ ਨੀਚੇ ਕਰਕੇ ਅਰਥ ਕਰਨੇ ਪੈਂਦੇ ਨੇ। ਸੋ ਇੱਥੇ ਵੀ ਉਹ ਨਿਯਮ ਹੀ ਲਾਗੂ ਹੁੰਦਾ ਹੈ। ਸੋ ਪਹਿਲਾਂ ਆਪਾਂ ਨੂੰ ਜਿਹੜੀ ਤੀਸਰੀ ਤੁਕ ਹੈ ਨਾ, ਜਿਹੜੀ ਤੀਸਰੀ ਪੰਕਤੀ ਹੈ, ਉਸ ਦੇ ਅਰਥ ਕਰਨੇ ਪੈਣਗੇ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਜਿਤਨੀ ਵੀ ਬਾਣੀ ਉਚਾਰੀ ਹੈ ਗਰੀਬ ਨਵਾਜ ਮਹਾਰਾਜ ਜੀ ਨੇ, ਬਾਣੀ ਸਾਰੀ ਹੀ ਆਪਣੇ ਆਪ ਦੇ ਵਿੱਚ ਅਰਥ ਹੈ, ਪਰ ਫਿਰ ਵੀ ਜੀਵ ਨੂੰ ਸਮਝਣ ਦੇ ਲਈ ਆਪਾਂ ਹੁਣ ਪਹਿਲਾਂ ਦੂਸਰੀ ਤੁਕ ਦਾ ਅਰਥ ਕਰਾਂਗੇ। ਪਵਨ ਪਾਣੀ ਅਗਨੀ ਪਾਤਾਲ। ਮਹਾਰਾਜ ਜੀ ਕਹਿੰਦੇ ਨੇ ਭਾਈ ਕਿ ਪੌਣ ਪਾਣੀ, ਜਿਹੜੇ ਅਗਨੀ ਵਰਗੇ ਜਿਹੜੇ ਤੱਤ ਨੇ ਨਾ, ਇਹਨਾਂ ਦੇ ਦੁਆਰੇ ਪਾਤਾਲ ਜਿਹੜਾ ਪੁਲਾੜ ਹੈ ਨਾ, ਪੁਲਾੜ ਭਾਵ ਕਿ ਆਕਾਸ਼, ਜਿਹੜਾ ਆਕਾਸ਼ ਦੇ ਵਿੱਚ ਜਿਹੜੀ ਧਰਤੀ ਸਥਿਤ ਹੈ ਨਾ, ਗਰੀਬ ਨਵਾਜ ਮਹਾਰਾਜ ਜੀ ਕਹਿੰਦੇ ਨੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ।
ਕਿ ਉਹ ਜਿਹੜੀ ਧਰਤੀ ਆ ਨਾ ਧਰਮ ਦੀ ਸ਼ਾਲਾ ਹੈ, ਭਾਵ ਕਿ ਜਿਹੜੀ ਭਾਰਤ ਖੰਡ ਦੀ ਭੂਮੀ ਹੈ ਧਰਤੀ ਦੇ ਉੱਤੇ, ਉਹ ਪਰਮੇਸ਼ਰ ਵਾਹਿਗੁਰੂ ਨੇ ਸਥਾਪਨ ਕਰਕੇ ਰੱਖੀ ਹੋਈ ਹੈ। ਤੇ ਇੱਥੇ ਹੀ ਸਾਰਿਆਂ ਤੋਂ ਵੱਧ ਨੇ ਜਿਹੜੇ ਉਹ ਕਰਮ ਕਰਦੇ ਨੇ ਲੋਕ। ਭਾਰਤ ਖੰਡ ਦੀ ਜਿਹੜੀ ਧਰਤੀ ਆ ਇਹਨੂੰ ਸਾਰਿਆਂ ਤੋਂ ਪਵਿੱਤਰ ਧਰਤੀ ਗਿਣਿਆ ਜਾਂਦਾ, ਮੰਨਿਆ ਜਾਂਦਾ। ਇਸ ਭਾਰਤ ਖੰਡ ਦੀ ਧਰਤੀ ਦੇ ਵਿੱਚ ਜਿਤਨੇ ਸੂਰਵੀਰ ਯੋਧੇ ਪੈਦਾ ਹੋਏ ਨੇ ਨਾ, ਉਹ ਭਾਰਤ ਖੰਡ ਦੀ ਧਰਤੀ ਦੇ ਵਿੱਚ ਹੀ ਪੈਦਾ ਹੋਏ ਨੇ। ਚਾਹੇ ਕਿਸੇ ਵੀ ਯੁੱਗ ਦੇ ਵਿੱਚ ਪੈਦਾ ਹੋਏ ਹੋਵਣ, ਕਿਸੇ ਵੀ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਆਏ ਹੋਵਣ, ਉਹ ਭਾਰਤ ਖੰਡ ਦੀ ਧਰਤੀ ਦੇ ਵਿੱਚ ਹੀ ਪੈਦਾ ਹੋਏ ਨੇ, ਭਾਰਤ ਖੰਡ ਦੀ ਧਰਤੀ ਦੇ ਵਿੱਚ ਹੀ ਜਨਮੇ ਨੇ। ਚਾਹੇ ਸਤਯੁਗ ਦੇ ਵਿੱਚ, ਤ੍ਰੇਤੇ ਦੇ ਵਿੱਚ, ਦੁਆਪਰ ਦੇ ਵਿੱਚ ਹੋਣ, ਚਾਹੇ ਕਲਯੁਗ ਦੇ ਵਿੱਚ। ਸੋ ਸਾਰੇ ਪੀਰਾਂ ਫਕੀਰਾਂ ਨੇ, ਰਹਿਬਰਾਂ ਨੇ ਇਹ ਭਾਰਤ ਖੰਡ ਦੀ ਧਰਤੀ ਹੈ ਜਿਹੜੀ ਉਹ ਚੁਣੀ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਜਿਹੜੀ ਇਹ ਭਾਰਤ ਖੰਡ ਦੀ ਧਰਤੀ ਆ ਨਾ, ਇਹ ਪਰਮੇਸ਼ਰ ਵਾਹਿਗੁਰੂ ਨੇ ਧਰਮ ਦੀ ਸ਼ਾਲਾ ਬਣਾਈ ਹੋਈ ਹੈ। ਤੇ ਪਰਮੇਸ਼ਰ ਵਾਹਿਗੁਰੂ ਨੇ ਜਿਹੜੀ ਇਹ ਧਰਮ ਦੀ ਸ਼ਾਲਾ ਬਣਾਈ ਹੈ, ਇੱਥੇ ਧਰਮਸ਼ਾਲਾ ਦੇ ਵਿੱਚ ਧਰਮ ਨੂੰ ਪਰਪੱਕ ਕਰਨ ਦੇ ਲਈ ਹੀ ਧਰਮਸ਼ਾਲਾ ਬਣਾਈ ਹੈ। ਇਹ ਜਿਹੜੀ ਧਰਮ ਦੀ ਸ਼ਾਲਾ ਹੈ, ਇਸ ਧਰਮ ਦੀ ਸ਼ਾਲਾ ਤੋਂ ਸਾਰੇ ਪਾਸੇ ਹੀ ਧਰਮ ਦਾ ਜਿਹੜਾ ਪ੍ਰਕਾਸ਼ ਹੈ, ਜਾਂ ਕਹਿ ਲਓ ਕਿ ਧਰਮ ਦਾ ਜਿਹੜਾ ਬੋਲਬਾਲਾ ਹੈ, ਉਹ ਇਸ ਭਾਰਤ ਖੰਡ ਦੀ ਭੂਮੀ ਤੋਂ ਹੀ ਚੱਲਿਆ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਜਾਂ ਇਹ ਕਹਿ ਸਕਦੇ ਹਾਂ ਆਪਾਂ ਕਿ ਪੌਣ ਪਾਣੀ ਅਗਨੀ ਵਰਗੇ ਜਿਹੜੇ ਤੱਤ ਨੇ ਨਾ, ਇਹਨਾਂ ਦੇ ਥੱਲੇ ਜਿਹੜਾ ਪੁਲਾੜ ਹੈ, ਜਿਹੜੀ ਪਾਤਾਲ ਲੋਕ ਹੈ, ਜਿਹੜਾ ਪਾਤਾਲ ਲੋਕ ਤੋਂ ਉੱਪਰ ਜਿਹੜਾ ਧਰਤੀ ਲੋਕ ਹੈ ਨਾ, ਇਸ ਧਰਤੀ ਲੋਕ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਨੇ ਧਰਮਸ਼ਾਲਾ ਬਣਾਈ ਹੈ, ਧਰਮ ਦੀ ਧੁਜਾ ਬਣਾਈ ਹੈ। ਭਾਰਤ ਖੰਡ ਨੂੰ ਧਰਮ ਦੀ ਧੁਜਾ ਬਣਾਇਆ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਇਸ ਭਾਰਤ ਖੰਡ ਦੀ ਧਰਤੀ ਦੇ ਵਿੱਚ ਰਾਤੀ ਰੁੱਤੀ ਥਿਤੀ ਵਾਰ। ਭਾਰਤ ਖੰਡ ਦੀ ਧਰਤੀ ਦੇ ਵਿੱਚ ਨਾ ਤਾਂ ਕਿਸੇ ਵੀ ਰਾਤ ਦੀ ਵਿਚਾਰ ਕਰਨੀ ਚਾਹੀਦੀ ਹੈ, ਨਾ ਹੀ ਕਿਸੇ ਰੁੱਤ ਦੀ ਵਿਚਾਰ ਕਰਨੀ ਚਾਹੀਦੀ ਹੈ। ਜਿਵੇਂ 6 ਰੁੱਤਾਂ ਗਿਣੀਆਂ ਜਾਂਦੀਆਂ ਨੇ, ਬਸੰਤ, ਸਰਦ, ਪਤਝੜ ਇਤਿਆਦਿਕ। ਥਿਤੀ ਕਿ ਜਿਹੜੀਆਂ 15 ਥਿੱਤਾਂ ਨੇ ਨਾ, 15 ਥਿੱਤਾਂ ਨੇ ਜਿਹੜੀਆਂ, ਜਿਵੇਂ ਕਿ ਅਮਾਵਸ ਹੋ ਗਈ, ਰਾਮਨੌਮੀ ਹੋ ਗਈ, ਇਕਾਦਸ਼ੀ ਹੋ ਗਈ, ਬਾਵਨ ਦੁਆਦਸ਼ੀ ਹੋ ਗਈ, ਪੂਰਨਮਾਸ਼ੀ ਹੋ ਗਈ, ਮੱਸਿਆ ਹੋ ਗਈ, ਜਾਂ ਇਹੋ ਜਿਹੀਆਂ ਹੋਰ ਜਿਹੜੀਆਂ ਥਿੱਤਾਂ ਨੇ, 15 ਥਿੱਤਾਂ ਨੇ ਜਿਨ੍ਹਾਂ ਦਾ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ। 15 ਥਿੱਤੀ ਤਾਂ 7 ਵਾਰ ਕਹੋ ਕਬੀਰੋ ਰਵਾਰਣ ਪਾਰ। ਤੇ ਜਿਹੜੇ ਵਾਰ ਭਾਵ ਕੇ ਦਿਨ ਨੇ, ਜਿਹੜੇ 7 ਦਿਨ ਨੇ, ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰ, ਸ਼ਨੀ। ਸੋ ਇਸ ਪ੍ਰਕਾਰ ਜਿਹੜੇ ਇਹ 7 ਦਿਨ ਨੇ, ਮਹਾਰਾਜ ਜੀ ਕਹਿੰਦੇ ਨੇ ਭਾਈ ਕਰਮ ਕਰਨ ਦੇ ਲਈ ਕਦੇ ਵੀ ਨਾ ਤਾਂ ਰਾਤ ਦੀ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਕੁਝ ਲੋਕ ਨੇ ਜਿਹੜੇ ਉਹ ਚੰਗੇ ਕਰਮ ਕਰਨ ਦੇ ਲਈ ਰਾਤਾਂ ਨੂੰ ਵਰਤਦੇ ਨੇ ਕਿ ਆਹ ਰਾਤ ਹੈ ਜਿਹੜੀ ਸ੍ਰੇਸ਼ਟ ਰਾਤ ਹੈ। ਜਿਵੇਂ ਕਿ ਦੀਵਾਲੀ ਦੀ ਰਾਤ ਨੂੰ ਕਈ ਪੂਜਾ ਕਰਦੇ ਨੇ, ਉਹ ਭਾਵੇਂ ਸਾਰਾ ਸਾਲ ਪੂਜਾ ਨਾ ਕਰਨ, ਪਰ ਕਹਿੰਦੇ ਦੀਵਾਲੀ ਦੀ ਰਾਤ ਪੂਜਾ ਕਰਨੀ ਹੈ। ਜਾਂ ਕਈ ਦੁਸ਼ਹਿਰੇ ਦਾ ਦਿਨ ਵਰਤਦੇ ਨੇ ਕਿ ਦੁਸ਼ਹਿਰੇ ਦੀ ਰਾਤ ਨੂੰ ਪੂਜਾ ਕਰਨੀ ਹੈ। ਤੇ ਜਾਂ ਫਿਰ ਕਈ ਸ਼ਿਵਰਾਤਰੀ ਦਾ ਸਮਾਂ ਜਿਹੜਾ ਰੱਖਦੇ ਨੇ, ਕਿਉਂਕਿ ਭਾਈ ਗੁਰਦਾਸ ਜੀ ਨੇ ਵੀ ਕਿਹਾ ਨਾ ਕਿ ਦੀਵਾਲੀ ਕੀ ਰਾਤ ਦੀ ਬੇਬਾਲੀ ਹੈ। ਸੋ ਕਰਮ ਕਰਨ ਦੇ ਲਈ ਕੋਈ ਵੀ ਐਸਾ ਸਮਾਂ ਨਹੀਂ ਹੁੰਦਾ ਵੀ ਅਸੀਂ ਜਿਸ ਸਮੇਂ ਨੂੰ ਹੀ ਮੁੱਖ ਰੱਖ ਕੇ ਕਰਮ ਕਰਨੇ ਨੇ। ਕਰਮ ਕਰਨ ਦਾ ਕੋਈ ਵੀ ਨਿਸ਼ਚਿਤ ਸਮਾਂ ਨਹੀਂ। ਜਦੋਂ ਅਸੀਂ ਕੋਈ ਚੰਗਾ ਕਰਮ ਕਰਨਾ, ਕੋਈ ਕਿਸੇ ਦਾ ਭਲਾ ਕਰਨਾ, ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਦਾਨ ਭਜਨ ਪੁੰਨ ਕਰਨੇ ਨੇ, ਤੇ ਉਦੋਂ ਫਿਰ ਕਰਮ ਕਰਨ ਲੱਗਿਆ ਨਾ ਇਹਨਾਂ ਦਿਨਾਂ ਦੀ ਥਿੱਤਾਂ ਦੀ ਵਿਚਾਰ ਨਹੀਂ ਕਰਨੀ ਚਾਹੀਦੀ। ਤੇ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਪੰਚਮ ਪਾਤਸ਼ਾਹ ਜੀ ਸੰਸਕ੍ਰਿਤੀ ਦੇ ਸ਼ਲੋਕਾਂ ਦੇ ਵਿੱਚ ਕਹਿੰਦੇ ਨੇ ਕਿ ਨਹਿ ਬਿਲੰਬ ਧਰਮ, ਧਰਮ ਦਾ ਕਰਮ ਕਰਨ ਦੇ ਵਿੱਚ ਬਿਲੰਬ ਭਾਵ ਕਿ ਦੇਰੀ ਨਹੀਂ ਕਰਨੀ ਚਾਹੀਦੀ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਪਰ ਕਹਿੰਦੇ ਪਾਪ ਕਰਨ ਦੇ ਵਾਸਤੇ ਜਿਤਨੀ ਦੇਰੀ ਹੋ ਸਕੇ ਉਤਨੀ ਦੇਰੀ ਕਰਨੀ ਚਾਹੀਦੀ ਹੈ। ਜਿਤਨਾ ਟਾਲ ਸਕਦੇ ਹਾਂ ਉਤਨਾ ਟਾਲਣਾ ਚਾਹੀਦਾ ਹੈ ਪਾਪ ਨੂੰ। ਪਾਪ ਦਾ ਕਰਮ ਕਰਨ ਦੇ ਲਈ ਕਦੇ ਵੀ ਕਾਹਲੀ ਨਹੀਂ ਕਰਨੀ ਚਾਹੀਦੀ। ਪਾਪ ਦੇ ਕੰਮ ਨੂੰ ਜਿਤਨਾ ਹੋ ਸਕੇ ਟਾਲੋ ਕਿ ਸਾਡੇ ਹੱਥਾਂ ਤੋਂ ਕਿਸੇ ਦਾ ਕੋਈ ਬੁਰਾ ਨਾ ਹੋਵੇ।
ਤੇ ਫਿਰ ਵੀ ਪਰ ਧਰਮ ਦਾ ਕਰਮ ਕਰਨ ਲੱਗਿਆ ਜਿਤਨਾ ਜਲਦੀ ਹੋ ਸਕੇ ਉਤਨਾ ਜਲਦੀ ਕਰੋ। ਇਹ ਸੋਚੋ ਕਿ ਗਾਹਾਂ ਵਾਲਾ ਜਿਹੜਾ ਸਵਾਸ ਹੈ ਕੀ ਪਤਾ ਆਉਣਾ ਕਿ ਨਹੀਂ ਆਉਣਾ। ਧਰਮ ਦਾ ਕਰਮ ਕਰਨ ਲੱਗਿਆ ਕਦੇ ਵੀ ਕਿਸੇ ਪ੍ਰਕਾਰ ਦੀ ਵਿਚਾਰ ਨਹੀਂ ਕਰਨੀ ਚਾਹੀਦੀ। ਸੋ ਇਸੇ ਲਈ ਮਹਾਰਾਜ ਜੀ ਸਮਝਾਉਂਦੇ ਨੇ, ਭਾਈ ਰਾਤੀ ਰੁੱਤੀ ਥਿਤੀ ਵਾਰ, ਕਿ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹਦੀ ਉਪਾਸਨਾ ਕਰਨ ਦੇ ਲਈ ਜਿਹੜੇ ਕਰਮ ਕਰਨੇ ਨੇ ਉਹਨਾਂ ਦੇ ਲਈ ਭਾਈ ਕਦੇ ਵੀ ਕੋਈ ਰੁੱਤ ਜਾਂ ਥਿਤੀ ਜਾਂ ਦਿਨਾਂ ਦੀ ਵਿਚਾਰ ਨਹੀਂ ਕਰਨੀ ਚਾਹੀਦੀ। ਕਿਉਂਕਿ ਥਿੱਤਾਂ ਦੀ ਜਾਂ ਦਿਨਾਂ ਦੀ ਜਾਂ ਚੰਗੇ ਮਾੜੇ ਸਮੇਂ ਦੀ ਜਿਹੜੇ ਵਿਚਾਰ ਕਰਦੇ ਨੇ ਨਾ, ਮਹਾਰਾਜ ਜੀ ਉਹਨਾਂ ਦੇ ਬਾਬਤ ਕਹਿੰਦੇ ਨੇ ਕਿ ਥਿਤਵਾਰ ਸੇਵਾ ਹੈ ਮੁਗਧ ਗਵਾਰ। ਥਿਤੀ ਤੇ ਵਾਰਾਂ ਨੂੰ ਮੰਨਦੇ ਨੇ ਜਿਹੜੇ ਉਹ ਮੂਰਖ ਔਰ ਪਸ਼ੂ ਬਿਰਤੀ ਦੇ ਲੋਕ ਹੁੰਦੇ ਨੇ। ਸੋ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿਤਨਾ ਵੀ ਕੁਝ ਕੀਤਾ, ਮਹਾਰਾਜ ਜੀ ਨੇ ਸਾਡੇ ਪਰ ਪਰਉਪਕਾਰ ਹੀ ਕੀਤੇ ਨੇ। ਤੇ ਉਹ ਪਰਉਪਕਾਰਾਂ ਦੇ ਕਾਰਨ ਨੇ ਮਹਾਰਾਜ ਜੀ ਨੇ ਸਾਡੇ ਤੇ ਪਰਉਪਕਾਰ ਕੀਤੇ, ਸਾਨੂੰ ਵਹਿਮਾਂ ਭਰਮਾਂ ਚੋਂ ਕੱਢਿਆ। ਤੇ ਪਰ ਅੱਜ ਅਸੀਂ ਫੇਰ ਵਹਿਮਾਂ ਭਰਮਾਂ ਦੇ ਵਿੱਚ ਬਹਿੰਦੇ ਤੁਰੇ ਜਾ ਰਹੇ ਹਾਂ। ਸੋ ਐਸਾ ਨਹੀਂ ਕਰਨਾ ਚਾਹੀਦਾ। ਜਿਹੜੇ ਕੰਮਾਂ ਤੋਂ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਰੋਕਿਆ ਹੈ, ਨਾ ਤਾਂ ਥਿੱਤਾਂ ਦੀ ਵਿਚਾਰ ਕਰਨੀ ਹੈ ਤੇ ਨਾ ਹੀ ਕਰਮਾਂ ਦੀ ਵਿਚਾਰ ਕਰਨੀ ਹੈ ਵੀ ਕਦੋਂ ਕਰਨੇ ਨੇ। ਜਦੋਂ ਸਮਾਂ ਮਿਲਦਾ, ਜਦੋਂ ਮੌਕਾ ਮਿਲਦਾ, ਉਦੋਂ ਕਰ ਦੇਣੇ ਚਾਹੀਦੇ ਨੇ। ਚੰਗੇ ਕਰਮਾਂ ਦੇ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਹੁਣ ਕਰਮ ਕਾਂਡ ਕਿਵੇਂ ਬਣਦੇ ਨੇ? ਅਸੀਂ ਜਿਹੜਾ ਕੰਮ ਕਰਦੇ ਹਾਂ ਨਾ, ਜੇ ਤਾਂ ਉਹਦੇ ਵਿੱਚ ਸ਼ਰਧਾ ਹੈ, ਭਾਵਨਾ ਹੈ, ਪ੍ਰਾਪਤੀ ਦੀ ਇੱਛਾ ਹੈ, ਤਾਂ ਉਹ ਕਰਮ ਸਹੀ ਗਿਣੇ ਜਾਂਦੇ ਨੇ। ਤੇ ਜੇਕਰ ਸਾਨੂੰ ਜਿਹੜਾ ਕੁਝ ਅਸੀਂ ਕਰ ਰਹੇ ਹਾਂ ਉਹਦੇ ਬਾਰੇ ਗਿਆਨ ਨਹੀਂ ਹੈ ਨਾ, ਸਾਨੂੰ ਗਿਆਨ ਨਹੀਂ ਹੈ ਤੇ ਬਸ ਸਿਰਫ ਕਿਸੇ ਦੇ ਕਹੇ ਦੇ ਉੱਤੇ ਅਸੀਂ ਕਰਮ ਕਰਦੇ ਜਾ ਰਹੇ ਹਾਂ ਔਰ ਅਗਿਆਨਤਾ ਦੇ ਵੱਸ ਹੋ ਕੇ, ਗਿਆਨ ਨਹੀਂ, ਜਿਹੜਾ ਅਸੀਂ ਗਿਆਨ ਦੇ ਵਿੱਚ ਕੋਈ ਕੰਮ ਕਰਦੇ ਹਾਂ ਉਹ ਕਰਮ ਬਣ ਜਾਂਦਾ। ਜਿਹੜਾ ਅਸੀਂ ਅਗਿਆਨ ਦੇ ਵਿੱਚ ਕੰਮ ਕਰਦੇ ਹਾਂ, ਅਗਿਆਨਤਾ ਦੇ ਵਿੱਚ ਜਿਹੜਾ ਕੁਝ ਅਸੀਂ ਕਰਦੇ ਹਾਂ ਉਹ ਕਰਮ ਕਾਂਡ ਬਣ ਜਾਂਦੇ ਨੇ। ਸੋ ਕਰਮ ਕਾਂਡ ਨੇ ਜਿਹੜੇ ਉਹ ਮੁੜ ਕੇ ਬਾਅਦ ਦੇ ਵਿੱਚ ਪਾਖੰਡ ਦਾ ਰੂਪ ਧਾਰਨ ਕਰ ਲੈਂਦੇ ਨੇ। ਸੋ ਕਦੇ ਵੀ ਕੋਈ ਵੀ ਕੰਮ ਕਰਨਾ ਹੈ ਉਹਦੇ ਲਈ ਗਿਆਨ ਵੀ ਹੈ ਜਿਹੜਾ ਉਹ ਜ਼ਰੂਰੀ ਹੋਣਾ ਚਾਹੀਦਾ। ਗਿਆਨ ਵੀ ਨਾਲ ਨਾਲ ਜ਼ਰੂਰੀ ਹੈ। ਸ਼ਰਧਾ ਤੇ ਗਿਆਨ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ। ਸ਼ਰਧਾ ਵੀ ਹੋਣੀ ਚਾਹੀਦੀ ਹੈ, ਗਿਆਨ ਵੀ ਹੋਣਾ ਚਾਹੀਦਾ। ਸੋ ਹੁਣ ਜੇ ਕਰਮ ਕਰਨੇ ਨੇ, ਅਸੀਂ ਕਿਹੜੇ ਕਰਮ ਕਰਨੇ ਨੇ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਅਸੀਂ ਕਿਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਦੀ ਖੁਸ਼ੀ ਲੈ ਸਕਦੇ ਹਾਂ ਉਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਸਾਡੇ ਲਈ ਚੰਗਾ ਕੀ ਹੈ, ਮਾੜਾ ਕੀ ਹੈ, ਕਿਹੜਾ ਕਰਮ ਸਾਡੇ ਕਰਨੇ ਯੋਗ ਹੈ, ਕਿਹੜਾ ਕਰਮ ਅਸੀਂ ਨਹੀਂ ਕਰਨਾ, ਉਹਦੇ ਬਾਰੇ ਸਾਨੂੰ ਗੁਰਬਾਣੀ ਨੂੰ ਵਿਚਾਰ ਕਰਕੇ ਗੁਰਬਾਣੀ ਤੋਂ ਸਿੱਖਿਆ ਲੈਣੀ ਪੈਣੀ ਹੈ ਤੇ ਫਿਰ ਹੀ ਅਸੀਂ ਕਰਮ ਕਰਨ ਦੇ ਯੋਗ ਬਣਾਂਗੇ। ਹੁਣ ਗੁਰਬਾਣੀ ਕੀ ਹੈ? ਗੁਰਬਾਣੀ ਨਿਰੋਲ ਸੱਚ ਹੈ। ਗੁਰਬਾਣੀ ਕੀ ਹੈ? ਗੁਰਬਾਣੀ ਦੇ ਵਿੱਚ ਜੀਵਨ ਜਾਂਚ ਹੈ, ਕਿਸ ਪ੍ਰਕਾਰ ਵਿਅਕਤੀ ਨੇ ਜੀਵਨ ਜੀਣਾ ਹੈ। ਗੁਰਬਾਣੀ ਕੀ ਹੈ? ਗੁਰਬਾਣੀ ਦੇ ਵਿੱਚ ਜਿਨ੍ਹਾਂ ਨੇ ਜੀਵਨ ਨੂੰ ਸਹੀ ਢੰਗ ਦੇ ਨਾਲ ਜੀਵਿਆ ਹੈ ਨਾ, ਜਿਨ੍ਹਾਂ ਨੇ ਜੀਵਨ ਦਾ ਆਨੰਦ ਲਿਆ ਹੈ, ਉਹਨਾਂ ਦੀਆਂ ਕਥਾਵਾਂ ਨੇ ਗੁਰਬਾਣੀ। ਗੁਰਬਾਣੀ ਕੀ ਹੈ? ਗੁਰੂ ਦੇ ਮੁਖ ਤੋਂ ਬੋਲੀ ਹੋਈ ਜਿਹੜੀ ਬਾਣੀ ਉਹ ਗੁਰਬਾਣੀ ਹੈ। ਗੁਰਬਾਣੀ ਕੀ ਹੈ? ਗੁਰਬਾਣੀ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕਰਕੇ 10 ਪਾਤਸ਼ਾਹੀਆਂ ਤੱਕ ਦਾ ਸਰੂਪ ਹੈ ਗੁਰਬਾਣੀ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜਾ ਵੀ ਕੁਝ ਸਾਨੂੰ ਦੱਸਦੇ ਨੇ, ਜਿਹੜਾ ਕੁਝ ਸਮਝਾਉਂਦੇ ਨੇ ਨਾ, ਉਹ ਸਤਿਗੁਰੂ ਮਹਾਰਾਜ ਜੀ ਨੂੰ 10 ਪਾਤਸ਼ਾਹੀਆਂ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਉਹ ਉਪਦੇਸ਼ ਸਾਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਇਹ ਨਹੀਂ ਕਿ ਕੇਵਲ ਤੇ ਕੇਵਲ ਅਸੀਂ ਸਿਰਫ ਵੀ ਜਿਹੜਾ ਜਪਜੀ ਸਾਹਿਬ ਹੈ ਜੀ ਤਾਂ ਸਿੱਧਾਂ ਦੇ ਪਰਥਾਏ ਉਚਾਰਿਆ ਤੇ ਸਾਨੂੰ ਇਹਦੇ ਵਿੱਚ ਕੋਈ ਉਪਦੇਸ਼ ਨਹੀਂ। ਆਪੋ ਆਪਣੀ ਅਰਥ ਭਾਵ ਕਰਨ ਦੀ ਬਿਰਤੀ ਹੁੰਦੀ ਹੈ, ਅਰਥ ਭਾਵ ਸ਼ਰਵਣ ਕਰਨ ਦੀ ਬਿਰਤੀ ਹੁੰਦੀ ਹੈ। ਜੇ ਅਸੀਂ ਗੱਲਾਂ ਕਰਨੀਆਂ ਨੇ ਮਹਾਰਾਜ ਜੀ ਦੇ ਨਾਲ ਤਾਂ ਸਿੱਧਾਂ ਦੀ ਜਗ੍ਹਾ ਅਸੀਂ ਆਪਣੇ ਆਪ ਨੂੰ ਵੀ ਰੱਖ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਗੱਲਾਂ ਕਰ ਸਕਦੇ ਹਾਂ। ਕਿਉਂਕਿ ਅਰਥ ਭਾਵ ਹੀ ਕਰਨੇ ਨੇ ਨਾ, ਕਿਸੇ ਵੀ ਐਂਗਲ ਤੋਂ ਤੁਸੀਂ ਅਰਥ ਕਰੋਗੇ ਤਾਂ ਉਹ ਆਪਣੇ ਆਪ ਢੁੱਕ ਜਾਂਦੇ ਨੇ। ਪਰ ਗੁਰਮਤਿ ਦੇ ਅਨੁਕੂਲ ਹੋਣ, ਜਿਹੜੇ ਅਰਥ ਗੁਰਮਤਿ ਦੇ ਅਨੁਕੂਲ ਨੇ ਉਹ ਸਹੀ ਨੇ, ਜੋ ਗੁਰਮਤਿ ਦੇ ਅਨੁਕੂਲ ਨਹੀਂ ਉਹ ਅਨਰਥ ਹੋ ਜਾਂਦੇ ਨੇ, ਉਹ ਅਰਥ ਨਹੀਂ ਰਹਿੰਦੇ। ਫਿਰ
ਹੁਣ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਚੰਗੇ ਕਰਮ ਕਰਨ ਦੇ ਲਈ ਰਾਤੀ ਰੁੱਤੀ ਥਿੱਤਾਂ ਦੀ ਵਿਚਾਰ ਨਹੀਂ ਕਰਨੀ ਚਾਹੀਦੀ। ਤਿਸ ਵਿੱਚ ਜੀ ਜੁਗਤ ਕੇ ਰੰਗ। ਮਹਾਰਾਜ ਜੀ ਕਹਿੰਦੇ ਨੇ ਭਾਈ ਜਿਹੜੀ ਇਹ ਪਰਮੇਸ਼ਰ ਵਾਹਿਗੁਰੂ ਨੇ ਭਾਰਤ ਖੰਡ ਦੀ ਜਿਹੜੀ ਧਰਤੀ ਹੈ ਨਾ, ਜਿਹੜੀ ਇਹ ਧਰਮਸ਼ਾਲਾ ਧਰਤੀ ਹੈ, ਜਿਹੜੀ ਧਰਮ ਦੀ ਸ਼ਾਲਾ ਹੈ, ਮਹਾਰਾਜ ਜੀ ਕਹਿੰਦੇ ਨੇ ਭਾਈ ਇਸ ਧਰਤੀ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਨੇ ਨਾ ਜੀਵਾਂ ਦੇ ਵਿੱਚ ਬੇਅੰਤ ਪ੍ਰਕਾਰ ਦੇ ਰੰਗਾਂ ਦੇ ਜੀਵ ਪੈਦਾ ਕੀਤੇ ਨੇ, ਤੇ ਉਹਨਾਂ ਨੂੰ ਫਿਰ ਅਗਾਂਹ ਕਹਿੰਦੇ ਜਿਉਣ ਦੇ ਲਈ ਬੇਅੰਤ ਪ੍ਰਕਾਰ ਦੀਆਂ ਜੁਗਤੀਆਂ ਵੀ ਦਿੱਤੀਆਂ ਨੇ। ਤੇ ਜਾ ਕਹਿ ਲਓ ਤਿਸ ਵਿੱਚ ਜੀ ਜੁਗਤ ਕੇ ਰੰਗ, ਕਿ ਵੱਖ-ਵੱਖ ਰੰਗਾਂ ਦੇ ਜੀਵ ਵੀ ਨੇ, ਤੇ ਉਹਨਾਂ ਕੋਲੇ ਵੱਖ-ਵੱਖ ਤਰ੍ਹਾਂ ਦੀਆਂ ਜੁਗਤੀਆਂ ਵੀ ਨੇ ਜਿਹੜੀਆਂ ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਨੂੰ ਜਿਉਣ ਦੇ ਲਈ ਦਿੱਤੀਆਂ ਨੇ। ਤਿਨ ਕੇ ਨਾਮ ਅਨੇਕ ਅਨੰਤ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਈ ਕਿ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਜਿਸ ਨੇ ਅਨੇਕਾਂ ਤਰ੍ਹਾਂ ਦੇ ਜੀਵ ਪੈਦਾ ਕੀਤੇ ਨੇ, ਅਨੇਕਾਂ ਤਰ੍ਹਾਂ ਦੀਆਂ ਉਹਨਾਂ ਨੂੰ ਜੁਗਤੀਆਂ ਦਿੱਤੀਆਂ ਨੇ। ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਨਾਮ ਵੀ ਅਨੇਕ ਨੇ, ਅਨੇਕ ਨਾਮ ਨੇ, ਅਨੰਤ ਭਾਵ ਕਿ ਉਹ ਬੇਅੰਤ ਨੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਨੇ ਬਹੁਤੀਆਂ ਬਖਸ਼ਿਸ਼ਾਂ ਦੇ ਕਰਕੇ ਨਿਵਾਜਿਆ ਹੈ, ਜਾਂ ਜਿਸ ਤਰ੍ਹਾਂ ਦੇ ਜੀਵ ਪਰਮੇਸ਼ਰ ਵਾਹਿਗੁਰੂ ਨੇ ਨਾ ਇਸ ਸੰਸਾਰ ਦੇ ਵਿੱਚ ਪੈਦਾ ਕੀਤੇ ਨੇ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ 84 ਲੱਖ ਜੂਨ ਹੈ, ਤੇ 84 ਲੱਖ ਜੂਨ ਹੈ, ਪਰ ਕਿਤੇ ਨਾ ਕਿਤੇ ਲੱਖ ਦਾ ਮਤਲਬ ਅਣਗਿਣਤ ਵੀ ਹੁੰਦਾ ਹੈ। ਕਿਉਂਕਿ ਜੇ ਅਸੀਂ ਦੇਖੀਏ ਤਾਂ ਕਿਤਨੇ ਹੀ ਜਿਹੜੇ ਜੀਵ ਨੇ ਨਾ ਉਹ ਹਵਾ ਦੇ ਵਿੱਚ ਨੇ, ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ, ਤੇ ਕਿਤਨੇ ਹੀ ਇਹੋ ਜਿਹੇ ਜੀਵ ਨੇ ਜਿਹੜੇ ਜਲ ਦੇ ਵਿੱਚ ਰਹਿੰਦੇ ਨੇ, ਤੇ ਕਿਤਨੇ ਹੀ ਇਹੋ ਜਿਹੇ ਜੀਵ ਨੇ ਨਾ ਜਿਹੜੇ ਹਵਾ ਦੇ ਵਿੱਚ ਨੇ, ਤੇ ਕਿਤਨੇ ਹੀ ਜੀਵ ਨੇ ਜਿਹੜੇ ਉਹ ਪੌਦਿਆਂ ਦੇ ਉੱਤੇ ਰਹਿੰਦੇ ਨੇ, ਕਿਤਨੇ ਹੀ ਜੀਵ ਧਰਤੀ ਦੇ ਹੇਠਾਂ ਨੇ, ਕਿਤਨੇ ਹੀ ਧਰਤੀ ਦੇ ਉੱਤੇ ਤੁਰੇ ਫਿਰਦੇ ਨੇ, ਕਿਤਨੇ ਪਾਣੀ ਦੇ ਵਿੱਚ ਰਹਿੰਦੇ ਨੇ, ਕਿਤਨੇ ਪਾਣੀ ਦੇ ਉੱਤੇ ਵੀ ਤੁਰੇ ਫਿਰਦੇ ਰਹਿੰਦੇ ਨੇ, ਤੇ ਕਿਤਨੇ ਹੀ ਨੇ ਜਿਹੜੇ ਉਹ ਪੈਦਾ ਹੀ ਨਹੀਂ ਹੁੰਦੇ, ਕਿਤਨੇ ਹੀ ਮਰ ਜਾਂਦੇ ਨੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸੋ ਮਹਾਰਾਜ ਜੀ ਕਹਿੰਦੇ ਭਾਈ ਤਿਨ ਕੇ ਨਾਮ ਅਨੇਕ ਅਨੰਤ, ਇਹਨਾਂ ਦੇ ਨਾਮ ਨੇ ਨਾ ਜਿਹੜੇ ਉਹ ਵੀ ਬੇਅੰਤ ਨੇ, ਉਹ ਕਥਨ ਨਹੀਂ ਕੀਤੇ ਜਾ ਸਕਦੇ। ਕਰਮੀ ਕਰਮੀ ਹੋਏ ਵਿਚਾਰ। ਹੁਣ ਇੱਕ ਸਿੱਧ ਨੇ ਮਹਾਰਾਜ ਜੀ ਨੂੰ ਸਵਾਲ ਕੀਤਾ ਹੈ ਕਿ ਮਹਾਰਾਜ ਜੀ ਕਿ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਉਸ ਪਰਮੇਸ਼ਰ ਵਾਹਿਗੁਰੂ ਨੇ ਜਿਹੜਾ ਧਰਮ ਰਾਜਾ ਪੈਦਾ ਕੀਤਾ ਹੈ, ਉਹ ਜੀਵਾਂ ਦੀ ਵਿਚਾਰ ਕਿਵੇਂ ਕਰਦਾ ਹੈ, ਉਹ ਕਿਵੇਂ ਜੀਵਾਂ ਦਾ ਹਿਸਾਬ ਕਿਤਾਬ ਕਰਦਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਕਰਮੀ ਕਰਮੀ ਹੋਏ ਵਿਚਾਰ। ਕਰਮੀ ਨਾਮ ਹੈ ਜਿਹੜਾ ਉਹ ਜੀਵ ਦਾ ਹੈ। ਮਹਾਰਾਜ ਕਹਿੰਦੇ ਭਾਈ ਜੀਵ ਦੇ ਕਰਮੀ ਭਾਵ ਕਿ ਕੀਤੇ ਕਰਮਾਂ ਦੀ ਉੱਥੇ ਵਿਚਾਰ ਹੁੰਦੀ ਹੈ, ਤੇ ਵਿਚਾਰ ਦੇ ਕਰਕੇ ਹੀ ਧਰਮ ਰਾਜ ਉਹਨਾਂ ਨੂੰ ਫਿਰ ਕਹਿੰਦੇ ਸਜ਼ਾ ਚੰਗੀ ਮੰਦੀ ਜਿਹੜਾ ਵੀ ਕੁਝ ਬਣਦਾ ਹੈ ਉਹ ਦਿੰਦਾ ਹੈ। ਮਹਾਰਾਜ ਕਹਿੰਦੇ ਭਾਈ ਕਰਮੀ ਕਰਮੀ ਹੋਏ ਵਿਚਾਰ, ਉੱਥੇ ਜੀਵ ਦੇ ਕਰਮਾਂ ਦੀ ਵਿਚਾਰ ਹੁੰਦੀ ਹੈ। ਕਿਉਂਕਿ ਜਿਹੜਾ ਕੁਝ ਵਿਅਕਤੀ ਨੇ ਕੀਤਾ ਹੈ ਨਾ, ਜੋ ਕੁਝ ਅਸੀਂ ਕੀਤਾ ਹੈ, ਸਾਨੂੰ ਉਹਦਾ ਫਲ ਇੱਥੇ ਵੀ ਭੋਗਣਾ ਪੈਂਦਾ ਹੈ, ਤੇ ਅਗਾਂਹ ਦਰਗਾਹ ਦੇ ਵਿੱਚ ਵੀ ਭੋਗਣਾ ਪੈਂਦਾ ਹੈ। ਕਿਉਂਕਿ ਜੇ ਕੋਈ ਵਿਅਕਤੀ ਕਿਸੇ ਦਾ ਬੁਰਾ ਕਰਦਾ ਹੈ ਤਾਂ ਉਹਦਾ ਬੁਰਾ ਕਰਨ ਦਾ ਨਤੀਜਾ ਉਹਨੂੰ ਸੰਸਾਰ ਦੇ ਵਿੱਚ ਵੀ ਮਿਲ ਜਾਂਦਾ ਹੈ। ਉਹ ਤਾਂ ਸਰੀਰਕ ਕਸ਼ਟ ਹੈ, ਜਿਹੜਾ ਕਿਸੇ ਨੂੰ ਦੁਖੀ ਕੀਤਾ ਉਹਦਾ ਜਿਹੜਾ ਉਹਨੂੰ ਰਿਜ਼ਲਟ ਮਿਲਿਆ ਇਸ ਸੰਸਾਰ ਦੇ ਵਿੱਚ ਮਿਲ ਗਿਆ। ਤੇ ਪਰ ਜਿਹੜਾ ਕਿਸੇ ਦਾ ਮਨ ਦੁਖਾਇਆ, ਕਿਸੇ ਦਾ ਕੋਈ ਦਿਲ ਦੁਖਾ ਦਿੱਤਾ, ਕਿਸੇ ਦਾ ਮਤਲਬ ਕਿ ਅੰਦਰ ਆਪਾਂ ਜਿਹਨੂੰ ਕਹਿ ਦਈਏ ਦੁਖੀ ਕਰ ਦਿੱਤਾ ਨਾ ਜਮਾ ਇੱਕਦਮ, ਜਾਂ ਕਿਸੇ ਦੀਆਂ ਜਿਹੜੀਆਂ ਬਦਦੁਆਵਾਂ ਲਈਆਂ, ਜਾਂ ਕੋਈ ਧਰਮ ਦੇ ਉਲਟੋ ਕਰਕੇ ਕੰਮ ਕੀਤਾ ਹੈ, ਤੇ ਉਹਦਾ ਫਿਰ ਜਿਹੜਾ ਸਾਰਾ ਹਿਸਾਬ ਕਿਤਾਬ ਹੈ ਉਹ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਹੀ ਹੁੰਦਾ। ਤੇ ਉਹ ਕਰਦਾ ਕੌਣ? ਕਹਿੰਦੇ ਧਰਮ ਰਾਜ ਕਰਦਾ। ਤੇ ਧਰਮ ਰਾਜ ਕਿਵੇਂ ਵਿਚਾਰ ਕਰਦਾ? ਕਰਮਾਂ ਦੀ। ਮਹਾਰਾਜ ਕਹਿੰਦੇ ਭਾਈ ਕਰਮੀ ਕਰਮੀ ਹੋਏ ਵਿਚਾਰ, ਜੀਵ ਦੇ ਕਰਮਾਂ ਦੀ ਉਹ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਧਰਮ ਰਾਜ ਹੈ ਨਾ ਉਹ ਵਿਚਾਰ ਕਰਦਾ ਹੈ। ਮਹਾਰਾਜ ਜੀ ਕਹਿੰਦੇ ਭਾਈ ਤੇ ਇਸੇ ਕਰਕੇ ਜੀਵ ਨੂੰ ਜਿਹੜੇ ਨੇ ਉਹ ਸ਼ੁਭ ਕਰਮ ਕਰਨੇ ਚਾਹੀਦੇ ਨੇ, ਕਿਉਂਕਿ ਕਰਮੀ ਨਾਮ ਹੈ ਜਿਹੜਾ ਉਹ ਕਿਰਪਾ ਦਾ ਵੀ ਹੋ ਜਾਂਦਾ ਹੈ।
ਕਿ ਜਿਹੜਾ ਜੀਵ ਪਰਮੇਸ਼ਰ ਵਾਹਿਗੁਰੂ ਦੀ ਕਰਮੀ ਪ੍ਰਾਪਤ ਕਰ ਲੈਂਦਾ, ਕਿਰਪਾ ਪ੍ਰਾਪਤ ਕਰ ਲੈਂਦਾ ਨਾ, ਫਿਰ ਉਹਦੇ ਵਿੱਚ ਸ਼ੁਭ ਵਿਚਾਰ ਪ੍ਰਾਪਤ ਹੋ ਜਾਂਦੇ ਨੇ। ਸੱਚਾ ਆਪ ਸੱਚਾ ਦਰਬਾਰ, ਕਿ ਸੱਚਾ ਉਹ ਪਰਮੇਸ਼ਰ ਵਾਹਿਗੁਰੂ ਆਪ ਹੈ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਸੱਚੇ ਹਾਂ, ਮੈਂ ਸੱਚਾ, ਬਾਕੀ ਸਾਰੇ ਝੂਠੇ ਨੇ। ਭਾਈ ਬੰਦਾ ਤਾਂ ਕਦੇ ਸੱਚਾ ਹੋ ਹੀ ਨਹੀਂ ਸਕਦਾ। ਐਸਾ ਕੋਈ ਮਨੁੱਖ ਨਹੀਂ ਹੁੰਦਾ ਜਿਹਨੇ ਜਨਮ ਤੋਂ ਲੈ ਕਰਕੇ ਮਰਨ ਤੱਕ ਕੋਈ ਝੂਠ ਨਾ ਬੋਲਿਆ ਹੋਵੇ। ਤੇ ਪਰ ਫਿਰ ਵੀ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਭਰਮ ਪੈਦਾ ਹੋ ਜਾਂਦਾ ਵੀ ਮੈਂ ਸੱਚਾ। ਤੇ ਪਰ ਐਸਾ ਨਹੀਂ ਹੋ ਸਕਦਾ ਭਾਈ, ਸੱਚ ਤਾਂ ਕੇਵਲ ਉਹ ਪਰਮਾਤਮਾ ਹੀ ਹੈ। ਇਸੇ ਕਰਕੇ ਕਹਿੰਦੇ ਨੇ ਨਾ, ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਆਦਿ ਦੇ ਵਿੱਚ ਵੀ ਸੱਚ ਸੀ, ਤੇ ਜਿਹੜਾ ਜੁਗਾਂ ਦੇ ਆਰੰਭ ਦੇ ਵਿੱਚ ਵੀ ਸੱਚ ਸੀ, ਤੇ ਉਹੀ ਸੱਚ ਹੈ। ਤੇ ਵਾਕਈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸਾਡੇ ਵਰਗੇ ਭਾਵੇਂ ਕਈ ਜਾਣ ਕੇ ਅਸੀਂ ਸੱਚ ਬੋਲਦੇ ਹਾਂ, ਅਸੀਂ ਕੋਈ ਸੱਚ ਨਹੀਂ ਬੋਲਦੇ। ਸੱਚ ਜੇ ਪਰਮੇਸ਼ਰ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੁਲਾ ਲੈਣ ਤਾਂ ਬੰਦਾ ਬੋਲ ਸਕਦਾ, ਨਹੀਂ ਅੱਖਾਂ ਦੇ ਸਾਹਮਣੇ ਭਾਵੇਂ ਪਾਪ ਹੋਈ ਜਾਵੇ ਤਾਂ ਵੀ ਕਹਿੰਦੇ ਜ਼ਮੀਰ ਆਗਿਆ ਨਹੀਂ ਦਿੰਦੀ ਬੋਲਣ ਦੀ, ਜ਼ਮੀਰ ਬੋਲਦਾ ਨਹੀਂ। ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਿ ਸਰੀਰ ਦਾ ਮਰਨਾ ਮੌਤ ਨਹੀਂ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਤੇ ਹੁਣ ਜਿਸ ਬੰਦੇ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਹ ਹੀ ਫਿਰ ਸੱਚ ਬੋਲ ਸਕਦਾ। ਮਹਾਰਾਜ ਕਹਿੰਦੇ ਭਾਈ ਸੱਚਾ ਆਪ। ਤੇ ਜਦੋਂ ਅਸੀਂ ਸੱਚ ਬੋਲਦੇ ਹਾਂ ਨਾ, ਸਮਝ ਲਓ ਕਿ ਅਸੀਂ ਪਰਮੇਸ਼ਰ ਵਾਹਿਗੁਰੂ ਦੇ ਨਜ਼ਦੀਕ ਜਾ ਰਹੇ ਹਾਂ, ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਸੱਚਾ ਹੈ, ਸੱਚਾ ਦਰਬਾਰ। ਤੇ ਉਹਦਾ ਜਿਹੜਾ ਦਰਬਾਰ ਹੈ ਨਾ, ਮਹਾਰਾਜ ਕਹਿੰਦੇ ਭਾਈ ਉਹ ਵੀ ਸੱਚਾ ਹੈ, ਕਿਉਂਕਿ ਦੋ ਚੀਜ਼ਾਂ ਹੀ ਸੱਚ ਨੇ, ਇੱਕ ਉਹ ਆਪ ਤੇ ਇੱਕ ਉਹਦਾ ਨਾਮ। ਜਿਵੇਂ ਮਾਰੂ ਰਾਗ ਦੇ ਵਿੱਚ ਵੀ ਇੱਕ ਸ਼ਬਦ ਆਉਂਦਾ ਹੈ ਕਿ ਜਦੋਂ ਸ੍ਰਿਸ਼ਟੀ ਦੇ ਉੱਤੇ ਕੋਈ ਨਹੀਂ ਰਹੇਗਾ ਤਾਂ ਉਦੋਂ ਕੀ ਰਹਿ ਜਾਵੇਗਾ। ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਵਨਾਸੀ। ਜਾਂ ਤਾਂ ਕਹਿੰਦੇ ਖੁਦਾ ਰਵੇਗਾ ਤੇ ਜਾਂ ਖੁਦਾ ਦਾ ਬੰਦਾ, ਇਹ ਦੋ ਹੀ ਰਹਿ ਸਕਦੇ ਨੇ, ਤੀਜਾ ਨਹੀਂ ਕੋਈ ਰਹਿ ਸਕਦਾ। ਸੋ ਕਹਿਣ ਦਾ ਭਾਵ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਆਪ ਸੱਚਾ ਹੈ ਨਾ, ਤੇ ਉਹਦਾ ਨਾਮ ਵੀ ਸੱਚਾ ਹੈ। ਜਾਂ ਕਹਿ ਲਓ ਕਿ ਪਰਮੇਸ਼ਰ ਵਾਹਿਗੁਰੂ ਹੈ ਜਿਹੜਾ ਹੈ, ਉਹਦੇ ਤੋਂ ਬਾਅਦ ਜੇ ਕੋਈ ਸੱਚ ਹੈ ਤਾਂ ਉਹਦਾ ਨਾਮ ਹੀ ਸੱਚ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਜਿੱਥੇ ਆਪ ਸੱਚਾ ਹੈ, ਉਹਦਾ ਦਰਬਾਰ, ਉਹਦੀ ਦਰਗਾਹ ਜਿਹੜੀ ਉਹ ਵੀ ਸੱਚੀ ਹੈ। ਤਿੱਥੈ ਸੋਹਨ ਪੰਚ ਪਰਵਾਣ। ਮਹਾਰਾਜ ਜੀ ਕਹਿੰਦੇ ਨੇ ਭਾਈ ਤਿੱਥੈ ਸੋਹਨ, ਸੋਹਨ ਨਾਮ ਸੋਹੰਦੇ ਨੇ, ਸ਼ੋਭਦੇ ਨੇ। ਪੰਜ ਪ੍ਰਵਾਣ, ਪੰਜ ਨਾਮ ਹੈ ਜਿਹੜਾ ਕਿ ਜਿਹੜੇ ਪੰਜ ਸ੍ਰੇਸ਼ਟ ਕਰਮ ਕਰਦੇ ਨੇ ਨਾ, ਉਹ ਪ੍ਰਵਾਨ ਹੋ ਜਾਂਦੇ ਨੇ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ, ਸ਼ੋਭਦੇ ਨੇ, ਸ਼ੋਭਨੀਕ ਹੁੰਦੇ ਨੇ। ਜਾਂ ਕਹਿ ਲਓ ਜਿਨ੍ਹਾਂ ਨੇ ਪੰਜ ਜਿਹੜੇ ਗੁਣ ਨੇ, ਸਤ ਸੰਤੋਖ ਆਦਿਕ ਜਿਹੜੇ ਗੁਣ ਨੇ, ਜਿਨ੍ਹਾਂ ਨੇ ਇਹਨਾਂ ਨੂੰ ਧਾਰਨ ਕੀਤਾ ਹੁੰਦਾ, ਉਹ ਪ੍ਰਵਾਨ ਹੁੰਦੇ ਨੇ। ਜਾਂ ਕਹਿ ਲਓ ਕਿ ਜਿਹੜੇ ਪੰਜ ਤੱਤਾਂ ਦੇ ਧਾਰਨੀ ਹੁੰਦੇ ਨੇ ਨਾ, ਜਾਂ ਕਹਿ ਲਈ ਜਿਹੜੇ ਪੰਜ ਕਕਾਰਾਂ ਦੇ ਧਾਰਨੀ ਹੁੰਦੇ ਨੇ, ਜਾਂ ਉਹ ਪ੍ਰਮਾਣ ਹੁੰਦੇ ਨੇ। ਕਿਉਂਕਿ ਹਰੇਕ ਚੀਜ਼ ਦੇ ਵਿੱਚ ਪੰਜ ਚੀਜ਼ਾਂ ਤਾਂ ਹੈਗੀਆਂ ਹੀ ਨੇ। ਜਿਵੇਂ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਪੰਜ ਤੱਤਾਂ ਤੋਂ ਮਨੁੱਖ ਦਾ ਸਰੀਰ ਬਣਿਆ। ਤੇ ਪੰਜ ਤੱਤ ਨੇ ਨਾ ਜਿਹੜੇ, ਉਹ ਆਪਾਂ ਜਿਵੇਂ ਕਹਿ ਦਿੰਦੇ ਆ ਕਿ ਪੰਚਾਮ੍ਰਿਤ ਕੜਾ ਪ੍ਰਸ਼ਾਦੀ ਦੇਗ, ਪੰਜ ਪਿਆਰੇ ਨੇ, ਫਿਰ ਪੰਜ ਹੀ ਪੀਰ ਨੇ। ਸੋ ਕਹਿਣ ਦਾ ਭਾਵ ਕਿ ਹਰੇਕ ਚੀਜ਼ ਦੇ ਵਿੱਚ ਪੰਜਾਂ ਦੀ ਮਹਾਨਤਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਪੰਜ ਗੁਣ ਨੇ ਜਿਹੜੇ ਉਹ ਹੋਣਗੇ, ਜਿਹੜੇ ਸਤ ਸੰਤੋਖ ਦਇਆ ਧਰਮ ਇਤਿਆਦਿਕ ਜਿਹੜੇ ਗੁਣ ਨੇ ਜਿਨ੍ਹਾਂ ਦੇ ਵਿੱਚ ਉਹ ਹੋਣਗੇ, ਮਹਾਰਾਜ ਜੀ ਕਹਿੰਦੇ ਭਾਈ ਉਹ ਪ੍ਰਵਾਨ ਹੋ ਜਾਂਦੇ ਨੇ, ਉਹ ਸ਼ੋਭਦੇ ਨੇ, ਉਹ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਚੰਗੇ ਲੱਗਦੇ ਨੇ, ਜਿਨ੍ਹਾਂ ਨੇ ਉਹਨਾਂ ਇਹ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਧਾਰਨ ਕੀਤਾ ਹੈ। ਨਦਰੀ ਕਰਮ ਪਵੈ ਨਿਸ਼ਾਨ। ਹੁਣ ਸਵਾਲ ਪੈਦਾ ਹੋ ਜਾਂਦਾ ਕਿ ਸ੍ਰੇਸ਼ਟ ਕਰਮ ਕੌਣ ਕਰ ਸਕਦਾ ਹੈ, ਜਾਂ ਕਹਿ ਲਓ ਕਿ ਕੌਣ ਸ੍ਰੇਸ਼ਟ ਕਰਮ ਕਰਦਾ ਹੈ। ਸਰਬ ਉੱਤਮ ਜਿਹੜੇ ਗੁਣ ਨੇ, ਜਾਂ ਕਹਿ ਲਓ ਸਰਬ ਉੱਤਮ ਜਿਹੜੇ ਕਰਮ ਨੇ ਨਾ, ਉਹ ਕੌਣ ਕਰਦਾ, ਤੇ ਸਰਬ ਉੱਤਮ ਗੁਣ ਕਿਹਦੇ ਵਿੱਚ ਹੁੰਦੇ ਨੇ। ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਨਦਰੀ ਕਰਮ ਪਵੈ ਨਿਸ਼ਾਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦੇ ਮੱਥੇ ਪਰ ਨਦਰੀ ਨਾਮ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦਾ
ਕਿ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਵਾਹਿਗੁਰੂ ਦੀ ਨਦਰੀ ਭਾਵ ਕੇ ਬਖਸ਼ਿਸ਼ ਹੋ ਜਾਂਦੀ ਹੈ, ਕਰਮ ਪਵੈ ਨਿਸ਼ਾਨ, ਉਹਨਾਂ ਦੇ ਭਾਵ ਕੇ ਮੱਥੇ ਦੇ ਉੱਤੇ ਜਿਹੜੇ ਲੇਖ ਨੇ ਨਾ ਉਹ ਚਿੰਨ੍ਹ ਬਣ ਜਾਂਦੇ ਨੇ ਪਰਮੇਸ਼ਰ ਵਾਹਿਗੁਰੂ ਦੇ ਕਿਰਪਾ ਦੇ। ਤੇ ਜਾ ਕਹਿ ਲਓ ਕਿ ਉਹ ਪਰਮੇਸ਼ਰੀ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਜਦੋਂ ਜੀਵਾਂ ਦੇ ਉੱਤੇ ਕਿਰਪਾ ਕਰ ਦਿੰਦਾ ਨਾ, ਬਖਸ਼ਿਸ਼ ਕਰਦਾ, ਮਿਹਰਮਤ ਕਰਦਾ ਹੈ, ਤੇ ਕਹਿੰਦੇ ਫੇਰ ਹੀ ਬੰਦਾ ਜਿਹੜਾ ਉਹ ਸ੍ਰੇਸ਼ਟ ਕਰਮ ਕਰਦਾ ਹੈ। ਤੇ ਉਹੀ ਉਹਦੇ ਦਰਬਾਰ ਦੇ ਵਿੱਚ ਸੋਭਨੀਕ ਪ੍ਰਵਾਨ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੈ। ਜਿਨ੍ਹਾਂ ਦੇ ਉੱਤੇ ਕਿਰਪਾ ਨਹੀਂ ਉਹ ਪ੍ਰਵਾਨ ਨਹੀਂ ਹੋ ਸਕਦੇ। ਕਈ ਵਾਰ ਕੀ ਹੁੰਦਾ ਕਿ ਸੰਸਾਰ ਦੇ ਵਿੱਚ ਐਸੇ ਵੀ ਬਹੁਤ ਲੋਕ ਹੁੰਦੇ ਨੇ ਕਿ ਉਹਨਾਂ ਕੋਲੇ ਧਨ ਦੌਲਤ ਬੜੀ ਹੁੰਦੀ ਹੈ, ਮਾਇਆ ਬੜੀ ਹੁੰਦੀ ਹੈ, ਪਰ ਕਹਿੰਦੇ ਮੰਜੇ ਦੇ ਉੱਤੇ ਲੱਗ ਜਾਂਦੇ ਨੇ, ਮੰਜੇ ਦੇ ਉੱਤੇ ਨਰਕ ਭੋਗਦੇ ਨੇ। ਕਹਿੰਦੇ ਸਤਿਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਆਉਣ ਦਾ ਹੁਕਮ ਨਹੀਂ ਹੁੰਦਾ। ਭਾਵ ਕਿ ਜਿਹੜਾ ਸਾਰੀ ਜ਼ਿੰਦਗੀ ਹੈ ਨਾ ਉਹ ਗਾਫਲਤਾਈ ਦੇ ਵਿੱਚ ਗਵਾ ਲਈ, ਤੇ ਫਿਰ ਜਦੋਂ ਬੁਢੇਪਾ ਆ ਗਿਆ, ਬੁਢੇਪੇ ਦੇ ਵਿੱਚ ਹੱਡ ਪੈਰਾਂ ਨੇ ਸਾਥ ਨਹੀਂ ਦਿੱਤਾ। ਬੰਦਾ ਕਹਿੰਦਾ ਜਵਾਨੀ ਪੈਰੇ 'ਚ ਕਹਿੰਦਾ ਕਿ ਹਜੇ ਤਾਂ ਬੜੀ ਜ਼ਿੰਦਗੀ ਪਈ ਆ, ਬੁਢੇਪੇ 'ਚ ਦੇਖਾਂਗੇ, ਗੁਰੂ ਘਰ ਜਾਵਾਂਗੇ, ਮੱਥਾ ਟੇਕਾਂਗੇ, ਮਹਾਰਾਜ ਦੀ ਖੁਸ਼ੀ ਲਵਾਂਗੇ। ਪਰ ਬੁਢੇਪੇ ਦੇ ਵਿੱਚ ਆ ਕਰਕੇ ਕਹਿੰਦੇ ਬੰਦਾ ਹੀ ਮੰਜੇ ਦੇ ਨਾਲ ਲੱਗ ਜਾਂਦਾ। ਫਿਰ ਧੀਆਂ ਪੁੱਤਰ ਵੀ ਨੇ ਜਿਹੜੇ ਉਹ ਵੀ ਮੂੰਹ ਫੇਰ ਲੈਂਦੇ ਨੇ। ਸੋ ਫਿਰ ਕੋਈ ਸਹਾਈ ਨਹੀਂ ਹੁੰਦਾ। ਤੇ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਨਾ, ਵੈਦੋ ਨਾ ਬਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਤੇ ਇਸ ਗੱਲ ਨੂੰ ਫਿਰ ਬੰਦਾ ਬੁਢੇਪੇ ਦੇ ਵਿੱਚ ਆ ਕਰਕੇ ਫੀਲ ਕਰਦਾ। ਕਈ ਵਾਰ ਤਾਂ ਕਹਿੰਦੇ ਬੁਢੇਪੇ ਦੇ ਵਿੱਚ ਆ ਕਰਕੇ ਵੀ ਬੰਦਾ ਫੀਲ ਨਹੀਂ ਕਰਦਾ। ਬੁਢੇਪੇ ਦੇ ਵਿੱਚ ਆ ਕਰਕੇ ਵੀ ਬੰਦਾ ਜਿਹੜਾ ਇਸ ਗੱਲ ਨੂੰ ਮਹਿਸੂਸ ਨਹੀਂ ਕਰਦਾ ਕਿ ਮੇਰਾ ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਹੀ ਸਹਾਈ ਹੈ। ਤੇ ਮਹਾਰਾਜ ਕਹਿੰਦੇ ਭਾਈ ਨਦਰੀ ਕਰਮ ਪਵੈ ਨਿਸ਼ਾਨ, ਕਿ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਆ ਨਾ ਉਹ ਹੀ ਨਦਰੀ ਹੈ, ਉਹ ਹੀ ਰਹਿਮਤਾਂ ਦਾ ਘਰ ਹੈ, ਉਹ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ। ਤੇ ਉਹਦੀ ਕਿਰਪਾ ਦੇ ਨਾਲ ਹੀ ਕਰਮ ਪਵੈ ਨਿਸ਼ਾਨ। ਕਿਰਪਾ ਦਾ ਜਿਹੜਾ ਨਿਸ਼ਾਨ ਹੈ ਨਾ ਉਹ ਜੀਵ ਦੇ ਕਰਮਾਂ ਦੇ ਵਿੱਚ ਪੈ ਜਾਂਦਾ ਹੈ। ਭਾਵ ਕਿ ਜਿਹੜੇ ਜੀਵ ਕਰਮ ਕਰਦਾ ਹੈ ਨਾ ਉਹ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਫਿਰ ਹੁੰਦੇ ਨੇ। ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਜੀਵ ਹੈ ਜਿਹੜਾ ਉਹ ਸ਼ੁਭ ਕਰਮ ਕਰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਐਸੇ ਜਿਹੜੇ ਪੁਰਸ਼ ਨੇ ਨਾ ਉਹਨਾਂ ਦੇ ਜਿਹੜੇ ਨਿਸ਼ਾਨ ਭਾਵ ਕੇ ਜਿਹੜੇ ਨਿਸ਼ਾਨ ਨੇ ਨਾ ਉਹ ਝੰਡੇ ਵਾਂਗੂ ਝੁੱਲਦੇ ਨੇ, ਉਹ ਚੰਗੇ ਲੱਗਦੇ ਨੇ। ਉਹਨਾਂ ਦਾ ਜਿਹੜਾ ਤੇਜ ਉਹ ਪ੍ਰਤਾਪ ਹੈ ਨਾ ਉਹ ਸਾਰੇ ਪਾਸੇ ਹੀ ਫੈਲਿਆ ਰਹਿੰਦਾ ਹੈ। ਉਹਨਾਂ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਸਾਰੇ ਪਾਸੇ ਵੱਧਦਾ ਹੈ। ਦਿਨ ਬਰ ਦਿਨ ਉਹਨਾਂ ਦਾ ਪ੍ਰਤਾਪ ਵੱਧਦਾ ਤੁਰਿਆ ਜਾਂਦਾ ਹੈ। ਸੋ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਲਈ ਹੈ, ਜਿਨ੍ਹਾਂ ਨੇ ਚੰਗੇ ਕਰਮ ਕੀਤੇ ਨੇ, ਜਿਨ੍ਹਾਂ ਨੇ ਗੁਣ ਕੀਤੇ ਨੇ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਧਾਰਨ ਕੀਤਾ, ਤੇ ਹੋਰਨਾਂ ਜੀਵਾਂ ਦੇ ਉੱਪਰ ਜਿਨ੍ਹਾਂ ਨੇ ਪਰਉਪਕਾਰ ਕੀਤੇ ਨੇ। ਸੋ ਮਹਾਰਾਜ ਜੀ ਭਾਈ ਕਹਿੰਦੇ ਨੇ ਨਦਰੀ ਕਰਮ ਪਵੈ ਨਿਸ਼ਾਨ। ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਹੀ ਕਰਮ ਪਵੈ ਨਿਸ਼ਾਨ, ਉਹਨਾਂ ਦੇ ਕਰਮਾਂ ਦੇ ਜਿਹੜੇ ਨਿਸ਼ਾਨ ਨੇ ਨਾ ਝੰਡੇ ਨੇ ਉਹ ਬੁਲੰਦ ਹੋ ਜਾਂਦੇ ਨੇ। ਕੱਚ ਪਕਾਈ ਉਥੈ ਪਾਏ। ਮਹਾਰਾਜ ਜੀ ਹੁਣ ਸਿੱਧ ਕਹਿੰਦੇ ਕਿ ਮਹਾਰਾਜ ਜਿਵੇਂ ਸੰਸਾਰ ਦੇ ਵਿੱਚ ਜਿਹੜੇ ਕੋਈ ਚੰਗੇ ਕਰਮ ਕਰਦੇ ਨੇ ਨਾ ਉਹਨਾਂ ਦਾ ਕਿਤੇ ਨਾ ਕਿਤੇ ਸੰਸਾਰ ਦੇ ਵਿੱਚ ਲੋਕ ਉਹਨਾਂ ਦਾ ਮਾੜਾ ਕਰ ਦਿੰਦੇ ਨੇ। ਜਿਵੇਂ ਸੱਚ ਨੂੰ ਝੂਠ ਬਣਾ ਦਿੰਦੇ ਨੇ। ਜੇ ਕੋਈ ਸੱਚਾ ਪੁਰਸ਼ ਹੁੰਦਾ ਮਹਾਰਾਜ ਜੀ ਫਿਰ ਉਹਨੂੰ ਝੂਠਾ ਸਾਬਤ ਕਰ ਦਿੰਦੇ ਨੇ। ਕੀ ਦਰਗਾਹ ਦੇ ਵਿੱਚ ਵੀ ਐਸਾ ਹੀ ਹੁੰਦਾ। ਤੇ ਮਹਾਰਾਜ ਕਹਿੰਦੇ ਭਾਈ ਕੱਚ ਪਕਾਈ ਉਥੈ ਪਾਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਹੜੇ ਕੱਚੇ ਪੁਰਸ਼ ਨੇ ਨਾ, ਪਕਿਆਈ ਭਾਵ ਜਿਹੜੇ ਪੱਕੇ ਪੁਰਸ਼ ਨੇ, ਜਾਂ ਕਹਿ ਲਓ ਕਿ ਕਚਿਆਈ ਤੇ ਪਕਿਆਈ, ਮੰਦਿਆਈ ਤੇ ਮੰਦਤਾਈ, ਤੇ ਜਿਹੜੇ ਪੁੰਨ ਕਰਦੇ ਨੇ ਉਹ ਪੁੰਨਿਆਈ ਜਿਹੜੇ ਲੋਕ ਨੇ ਨਾ, ਤੇ ਜਿਹੜੇ ਮੰਦਿਆਈ ਮੰਦਬੁੱਧੀ ਵਾਲੇ ਜਿਹੜੇ ਲੋਕ ਨੇ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਉਥੈ ਪਾਏ। ਭਾਵ ਕਿ ਉਹਨਾਂ ਦੀ ਜਿਹੜੀ ਚੰਗੇ ਔਰ ਮਾੜੇ ਗੁਣਾਂ ਦੀ ਜਿਹੜੀ ਪੋਟਲੀ ਹੈ ਨਾ ਉਹ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਖੁੱਲ੍ਹ ਜਾਂਦੀ ਹੈ। ਤੇ ਉਹਨਾਂ ਦੀ ਪੋਟਲੀ ਖੁੱਲ੍ਹਣ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਉਹ ਚੰਗੇ ਬੰਦੇ ਨੇ ਜਿਹੜੇ ਉਹ ਉੱਥੇ ਹੀ ਜਾਣੇ ਜਾਂਦੇ ਨੇ। ਭਾਵ ਕਿ ਕਿਸੇ ਪ੍ਰਕਾਰ ਦਾ ਕੋਈ ਓਹਲਾ ਨਹੀਂ ਰਹਿ ਜਾਂਦਾ। ਸੰਸਾਰ ਦੇ ਵਿੱਚ ਤਾਂ ਭਾਵੇਂ ਕੋਈ ਬੰਦਾ ਪੈਸੇ ਦਾ ਗੁਮਾਨ ਕਰੇ ਕਿ ਮੇਰੇ ਕੋਲੇ ਬੜਾ ਪੈਸਾ ਹੈ, ਮੈਂ ਪੈਸੇ ਦੇ ਕਰਕੇ ਬਹੁਤ ਬਲਵਾਨ ਹਾਂ,
ਤੇ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਐਸਾ ਕੁਝ ਵੀ ਨਹੀਂ ਹੁੰਦਾ। ਉਹਦੀ ਦਰਗਾਹ ਦੇ ਵਿੱਚ ਕਚਿਆਈ ਔਰ ਬਕਿਆਈ ਦੋਨੇ ਹੀ ਸਾਰੀਆਂ ਸਾਹਮਣੇ ਆ ਜਾਂਦੀਆਂ ਨੇ। ਉੱਥੇ ਜੀਵ ਕਿਸੇ ਨੂੰ ਰਿਸ਼ਵਤ ਨਹੀਂ ਦੇ ਸਕਦਾ। ਸੰਸਾਰ ਦੇ ਵਿੱਚ ਤਾਂ ਬੰਦਾ ਬੰਦੇ ਨੂੰ ਰਿਸ਼ਵਤ ਦੇ ਦਿੰਦਾ ਨਾ, ਪਰ ਲੋਕ ਪਰਲੋਕ ਦੇ ਮਾਲਕ ਪਰਮੇਸ਼ਰ ਵਾਹਿਗੁਰੂ ਦੀ